ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਅੰਨ ਦਿਨ ਸਿਮਰਹਿ ਤਾਸ ਕਿਉ ਜੋ, ਅੰਤ ਸਹਾਈ ਹੋਏ। ਇਹ ਬਿਖਿਆ ਦਿਨ 4-6 ਛਾੜ ਚਲਿਓ ਸਭ ਕੋਏ। ਕਾਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬਨਿਤਾ ਕਛ ਸੰਗ ਨਾ ਲਿਆ। ऐसी सच जो बिन सतनाही, पति सेती अपन कर जाही। साध संग कल कीर्तन गाया, नानक ते बहुर न अखाया। परमार्थ उस परमात्मा नूं रात दिने सिमरो जो अंत वेले सहाई हुंदा है। ਇਹ ਜੋ ਮਾਇਆ ਨਾਲ ਪੈਦਾ ਕੀਤੀਆਂ ਖੁਸ਼ੀਆਂ ਵਿਸ਼ੇ ਵਕਾਰ ਆਦਿਕ ਇਹ ਨਾਲ ਨਹੀਂ ਜਾਂਦੀਆਂ। ਇਹ ਤਾਂ ਥੋੜ੍ਹੇ ਦਿਨ ਹਨ। ਮਾਂ ਬਾਪ ਇਸਤਰੀ ਧੀਆਂ ਪੁੱਤਰ ਇਹ ਵੀ ਸਾਥ ਨਹੀਂ ਜਾਂਦੇ। ਐਸਾ ਧਨ ਇਕੱਠਾ ਕਰਨਾ ਚਾਹੀਦਾ ਹੈ ਜੋ ਸਾਥ ਚੱਲੇ। ਉਹ ਵਾਹਿਗੁਰੂ ਦਾ ਸਿਮਰਨ ਹੈ। ਵਾਹਿਗੁਰੂ ਸਿਮਰਨ ਤੋਂ ਬਿਨਾਂ ਕੋਈ ਸ਼ੈ ਨਾਲ ਨਹੀਂ ਜਾਂਦੀ। ਜਿਸ ਪੁਰਸ਼ ਨੇ ਸਤਸੰਗ ਵਿੱਚ ਬੈਠ ਕੇ ਹਰੀ ਕੀਰਤਨ ਗਾਇਆ ਤੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਗੁਰੂ ਜੀ ਆਖਦੇ ਹਨ ਉਹ ਮੁੜ ਕੇ ਜਨਮ ਵਿੱਚ ਨਹੀਂ ਆਉਂਦਾ। ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਉਹ ਮੁਕਤ ਹੋ ਜਾਂਦਾ ਹੈ। ਐਸੇ ਨਾਮ ਸਿਮਰਨ ਵਾਲੇ ਗੁਰਸਿੱਖਾਂ ਸੇਵਕਾਂ ਵਿੱਚ ਭਾਈ ਸਮੁੰਦਾ ਜੀ ਗੁਰੂ ਜੀ ਦਾ ਸਿੱਖ ਬਣਿਆ ਸੀ। ਸਿੱਖ ਬਣਨ ਤੋਂ ਪਹਿਲਾਂ ਉਹਦਾ ਜੀਵਨ ਮਾਇਆਵਾਦੀ ਸੀ। ਉਹ ਧਨ ਇਕੱਠਾ ਕਰਦਾ ਸੀ, ਇਸਤਰੀ ਨਾਲ ਪਿਆਰ ਕਰਦਾ ਸੀ, ਇਸਤਰੀ ਵਾਸਤੇ ਲੀੜੇ ਗਹਿਣੇ ਤੇ ਖੁਸ਼ੀਆਂ ਦਾ ਸਮਾਨ ਲਿਆਉਂਦਾ ਸੀ। ਧੀਆਂ ਪੁੱਤਰਾਂ ਦਾ ਮੋਹ ਸੀ। ਕਦੇ ਕਿਸੇ ਤੀਰਥ ਉੱਤੇ ਨਾ ਜਾਂਦੇ। ਪਰਮਾਤਮਾ ਹੈ ਕਿ ਨਹੀਂ, ਇਹ ਸਵਾਲ ਉਹਦੇ ਮਨ ਵਿੱਚ ਕਦੀ ਫੁਰਿਆ ਹੀ ਨਹੀਂ। ਜੇ ਕਿਤੇ 4 ਛਿੱਲੜ ਗੁਆਚ ਜਾਂਦੇ ਤਾਂ ਉਸ ਦੀ ਆਤਮਾ ਦੁਖੀ ਹੁੰਦੀ। ਉਹ 2-2 ਦਿਨ ਰੋਟੀ ਨਾ ਖਾਂਦਾ। ਮਾਇਆ ਇਕੱਤਰ ਕਰਨੀ ਉਸ ਦੇ ਜੀਵਨ ਦਾ ਨਿਸ਼ਾਨਾ ਸੀ। ਮਾਇਆ ਦੇ ਬਦਲੇ ਜੇ ਕੋਈ ਜਾਨ ਮੰਗਦਾ ਤਾਂ ਉਹ ਜਾਨ ਦੇਣ ਲਈ ਵੀ ਤਿਆਰ ਹੋ ਜਾਂਦਾ ਸੀ। ਇੱਕ ਦਿਨ ਉਹ ਭੁਲੇਖੇ ਨਾਲ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਗਿਆ। ਇੱਕ ਗਿਆਨੀ ਨੇ ਉਪਰੋਕਤ ਸ਼ਬਦ ਪੜ੍ਹਿਆ ਤੇ ਨਾਲ ਹੀ ਸ਼ਬਦ ਦੀ ਵਿਆਖਿਆ ਕੀਤੀ। ਸ਼ਬਦ ਦੇ ਅੰਤਰੀਵ ਭਾਵ ਨੇ ਭਾਈ ਸਮੁੰਦੇ ਦੀ ਆਤਮਾ ਉੱਤੇ ਬੜਾ ਅਸਰ ਕੀਤਾ। ਉਸ ਦੀ ਬੁੱਧੀ ਜਾਗ ਗਈ। ਉਹ ਸੋਚਣ ਲੱਗਾ, ਜੋ ਕੁਛ ਮੈਂ ਕਰ ਰਿਹਾ ਹਾਂ ਇਹ ਚੰਗਾ ਹੈ ਜਾਂ ਜੋ ਕੁਛ ਗੁਰਮੁਖ ਆਖਦੇ ਹਨ ਇਹ ਚੰਗਾ ਹੈ। ਉਹ ਬੌਂਦਲਿਆ ਜਿਹਾ ਹੋ ਗਿਆ। ਉੱਠ ਕੇ ਘਰ ਗਿਆ। ਰੋਟੀ ਖਾਣ ਨੂੰ ਚਿੱਤ ਨਹੀਂ ਕੀਤਾ। ਰਾਤ ਨੂੰ ਸੁੱਤਾ, ਨੀਂਦ ਨਹੀਂ ਆਈ। ਰਾਤ ਦੇ 12 ਵੱਜ ਗਏ, ਨੀਂਦ ਨਹੀਂ ਆਈ। ਜਿੱਥੇ ਪਹਿਲੀ ਰਾਤ ਹੀ ਘੂਕ ਸੌਂ ਜਾਂਦਾ ਸੀ, ਉਹ ਸੋਚੀ ਪਿਆ ਮਾਇਆ ਇਕੱਠੀ ਕਰਨੀ ਚੰਗੀ ਹੈ ਜਾਂ ਨਹੀਂ। ਇਸਤਰੀ ਧੀਆਂ ਪੁੱਤਰ ਦਾ ਸੰਬੰਧ ਕਿੱਥੋਂ ਤੱਕ ਹੈ। ਉਸ ਦੀਆਂ ਅੱਖਾਂ ਅੱਗੇ ਕਈ ਝਾਕੀਆਂ ਆਈਆਂ। ਇੱਕ ਇਹ ਝਾਕੀ ਵੀ ਆਈ ਕਿ ਕੋਈ ਮਰ ਕੇ ਕਿੱਥੇ ਗਿਆ ਹੈ। ਉਸ ਦੇ ਪੁੱਤਰ ਨੂੰਹਾਂ ਧੀਆਂ ਤੇ ਇਸਤਰੀ ਉਸ ਨੂੰ ਸਾੜ ਕੇ ਘਰ ਆ ਗਏ ਹਨ। 4 ਦਿਨ ਪਿੱਛੋਂ ਉਸ ਕਿਸੇ ਦਾ ਨਾਮ ਨਾ ਲਿਆ। ਉਹ ਭੁੱਲ ਗਿਆ। ਸਮੁੰਦੇ ਨੂੰ ਆਪਣਾ ਮਾਂ ਬਾਪ ਵੀ ਚੇਤੇ ਆਇਆ। ਉਹ ਉਸ ਕੋਲੋਂ ਤੁਰ ਗਏ। 4 ਦਿਨ ਦੇ ਦੁੱਖ ਪਿੱਛੋਂ ਭੁੱਲ ਗਏ। ਉਹ ਐਸਾ ਵਿਚਾਰਾਂ ਵਿੱਚ ਗਵਾਚਿਆ ਰਹਿਣ ਲੱਗਾ। ਐਸੇ ਖਿਆਲਾਂ ਵਿੱਚ ਹੀ ਸੁੱਤੇ ਨੂੰ ਸੁਪਨਾ ਆਇਆ ਜੋ ਬਹੁਤ ਭਿਆਨਕ ਸੀ। ਉਸ ਨੇ ਦੇਖਿਆ ਉਹ ਬਿਮਾਰ ਹੋ ਜਾਂਦਾ ਹੈ। ਬਿਮਾਰੀ ਦੇ ਵੇਲੇ ਉਹਦੇ ਧੀਆਂ ਪੁੱਤਰ ਇਸਤਰੀ ਤੇ ਸਾਕ ਅੰਗ ਉਹਦੇ ਕੋਲ ਆਉਂਦੇ ਹਨ। ਪਹਿਲਾਂ ਹਿੱਤ ਕਰਦੇ ਨੇ। ਹੌਲੀ ਹੌਲੀ ਜਿਉਂ-ਜਿਉਂ ਬਿਮਾਰੀ ਵੱਧਦੀ ਹੈ ਤਿਉਂ-ਤਿਉਂ ਸਾਰਿਆਂ ਦਾ ਹਿੱਤ ਘਟਦਾ ਜਾਂਦਾ ਹੈ। ਆਖਰ ਵੇਲਾ ਆ ਜਾਂਦਾ ਹੈ ਕਿ ਜਮਜੂਤ ਉਸ ਦੀ ਜਾਨ ਕੱਢਣ ਵਾਸਤੇ ਆਉਂਦੇ ਨੇ। ਉਹਨਾਂ ਦੀਆਂ ਭੈੜੀਆਂ ਸ਼ਕਲਾਂ ਦੇਖ ਕੇ ਉਹ ਭੈਭੀਤ ਹੋ ਜਾਂਦਾ ਹੈ। ਇਸਤਰੀ ਨੂੰ ਆਖਦਾ ਹੈ, ਮੇਰੀ ਸਹਾਇਤਾ ਕਰ, ਮੈਨੂੰ ਜਮਾਂ ਕੋਲੋਂ ਬਚਾ। ਉਹ ਅੱਗੋਂ ਰੋਂਦੀ ਹੋਈ ਸਿਰ ਫੇਰ ਦਿੰਦੀ ਹੈ ਕਿ ਉਹ ਬਚਾ ਨਹੀਂ ਸਕਦੀ। ਜਮ ਉਸ ਦੀ ਰੂਹ ਨੂੰ ਮਾਰਦੇ ਕੁੱਟਦੇ ਹੋਏ ਧਰਮਰਾਜ ਕੋਲ ਲੈ ਜਾਂਦੇ ਹਨ। ਧਰਮਰਾਜ ਆਖਦਾ ਹੈ, ਇਹ ਮਾਂ ਪਾਪੀ ਹੈ। ਇਸ ਨੇ ਸਾਰੇ ਜੀਵਨ ਵਿੱਚ ਕਦੀ ਸਿਮਰਨ ਨਹੀਂ ਕੀਤਾ, ਨੇਕੀ ਨਹੀਂ ਖੱਟੀ। ਇਸ ਮਹਾਪਾਪੀ ਨੂੰ ਅੱਗ ਦੇ ਨਰਕ ਵਿੱਚ ਸੁੱਟੋ, ਜਿੱਥੇ ਇਹ ਕਈ ਜਨਮ ਸੜਦਾ ਰਹੇ।
ਸੁੱਟੋ ਸੁੱਟੋ, ਮਾਂ ਪਾਪੀ ਹੈ। ਧਰਮਰਾਜ ਦਾ ਇਹ ਹੁਕਮ ਸੁਣ ਕੇ ਜਮ ਉਸ ਨੂੰ ਅੱਗ ਨਰਕ ਵੱਲ ਧੂ ਤੁਰੇ। ਜਦੋਂ ਨਰਕ ਦੇ ਨੇੜੇ ਪੁੱਜੇ ਤਾਂ ਸਮੁੰਦਰ ਨੇ ਦੇਖਿਆ ਬਹੁਤ ਭਿਆਨਕ ਅੱਗ ਬਲ ਰਹੀ ਸੀ। ਉਸ ਦਾ ਸੇਕ ਦੂਰ ਦੂਰ ਤੱਕ ਜਾਂਦਾ ਸੀ। ਲਾਗੇ ਪੁੱਜਣ ਤੋਂ ਪਹਿਲਾਂ ਹੀ ਸਭ ਚੀਜ਼ ਸੜ ਜਾਂਦੀ ਸੀ। ਸਮੁੰਦਰ ਨੇ ਦੇਖਿਆ ਤੇ ਸੁਣਿਆ ਕਿ ਕਈ ਮਹਾਪਾਪੀ ਉਸ ਨਰਕ ਭੱਠ ਵਿੱਚ ਸੜ ਕੇ ਕੁਰਲਾ ਰਹੇ ਨੇ। ਸਮੁੰਦਰ ਦਹਿਲ ਗਿਆ। ਜਦੋਂ ਜਮ ਉਸ ਨੂੰ ਚੁੱਕ ਕੇ ਅੱਗ ਵਿੱਚ ਸੁੱਟਣ ਲੱਗੇ ਤਾਂ ਉਸ ਦੀ ਦਾੜ ਨਿਕਲ ਗਈ। ਉਸ ਦਾੜ ਦੇ ਨਾਲ ਹੀ ਉਸ ਦੀ ਨੀਂਦ ਖੁੱਲ੍ਹ ਗਈ। ਉਹ ਤੜਬਕ ਕੇ ਉੱਠ ਬੈਠਾ। ਅੱਖਾਂ ਮਲ ਕੇ ਉਸ ਨੇ ਦੇਖਿਆ ਉਹ ਨਰਕਾਂ ਵਿੱਚ ਨਹੀਂ ਸਗੋਂ ਆਪਣੇ ਘਰ ਬੈਠਾ ਹੈ। ਉਹ ਮਰਿਆ ਨਹੀਂ, ਜਿਉਂਦਾ ਹੈ। ਪਰ ਉਹਦਾ ਕਲੇਜਾ ਇੰਨਾ ਜ਼ੋਰ ਨਾਲ ਧੜਕੀ ਜਾਂਦਾ ਸੀ ਕਿ ਸਾਹ ਆਉਣਾ ਵੀ ਮੁਸ਼ਕਲ ਹੋ ਗਿਆ ਸੀ। ਸਾਰਾ ਮੁੜਕੇ ਨਾਲ ਸਿੱਲਾ ਹੋ ਗਿਆ ਸੀ। ਸਮੁੰਦਰ ਮੰਜੀ ਉੱਤੇ ਉੱਠ ਬੈਠਾ। ਅਜੇ ਰਾਤ ਸੀ। ਅਸਮਾਨ ਉੱਤੇ ਤਾਰੇ ਹੱਸ ਰਹੇ ਸਨ। ਘਰ ਦੇ ਤੇ ਆਂਢੀ ਗੁਆਂਢੀ ਸਭ ਸੁੱਤੇ ਪਏ ਸਨ। ਚਾਰੇ ਪਾਸੇ ਚੁੱਪ ਸੀ। ਉਸ ਚੁੱਪ ਦੇ ਹਨੇਰੇ ਵਿੱਚ ਸਮੁੰਦਰ ਘਰੋਂ ਨਿਕਲਿਆ। ਜਿਸ ਤਰ੍ਹਾਂ ਕਿਸੇ ਦੇ ਘਰੋਂ ਚੋਰ ਨਿਕਲਦਾ ਹੈ। ਦੱਬੇ ਪੈਰ, ਧੜਕਦੇ ਦਿਲ, ਕਾਹਲੀ ਕਾਹਲੀ ਸਮੁੰਦਰ ਉਸ ਟਿਕਾਣੇ ਪੁੱਜਾ ਜਿੱਥੇ ਗੁਰਮੁਖ ਆਏ ਹੋਏ ਸੀ। ਉਹ ਗੁਰਮੁਖ ਜਾਗ ਰਹੇ ਸਨ। ਪਿਛਲੀ ਰਾਤ ਸਮਝ ਕੇ ਉੱਠੇ ਸਨ ਤੇ ਇਸ਼ਨਾਨ ਕਰ ਰਹੇ ਸੀ। ਇਸ਼ਨਾਨ ਕਰਕੇ ਉਹਨਾਂ ਰੱਬੀ ਭਜਨ ਸ਼ੁਰੂ ਕਰ ਦਿੱਤਾ। ਘਬਰਾਇਆ ਹੋਇਆ ਸਮੁੰਦਰ ਉਹਨਾਂ ਕੋਲ ਬੈਠਾ। ਬੈਠੇ ਨੂੰ ਦਿਨ ਚੜ੍ਹ ਗਿਆ। ਦਿਨ ਚੜ੍ਹੇ ਉਹਨਾਂ ਗੁਰਮੁਖਾਂ ਦੇ ਚਰਨੀ ਡਿੱਗ ਕੇ ਇਉਂ ਕੁਰਲਾਉਣ ਲੱਗਾ ਅਤੇ ਬੇਨਤੀਆਂ ਕਰਨ ਲੱਗਾ, ਮੈਨੂੰ ਨਰਕਾਂ ਦਾ ਡਰ ਹੈ। ਮੈਂ ਕਿਵੇਂ ਬਖਸ਼ਿਆ ਜਾਵਾਂ? ਮੈਨੂੰ ਸਵਰਗਾਂ ਦਾ ਰਾਹ ਦੱਸੋ। ਨਰਕਾਂ ਦੀ ਭਿਆਨਕ ਅੱਗ ਤੋਂ ਬਚਾਓ। ਸੰਤ ਜਗਤ ਦੇ ਰੱਖਿਅਕ ਹੁੰਦੇ ਨੇ, ਭੁੱਲਿਆਂ ਨੂੰ ਰਸਤਾ ਪਾਉਂਦੇ ਨੇ। ਮੇਰੀ ਕੂਕ ਪੁਕਾਰ ਵੀ ਕੋਈ ਸੁਣੇ। ਤੁਸੀਂ ਹੀ ਤਾਂ ਸਭ ਕੁਝ ਹੋ। ਸੁੱਤੀ ਆਤਮਾ ਜਾਗ ਪਈ। ਉਹ ਗੁਰਮੁਖ ਸ਼੍ਰੀ ਅਰਜਨ ਦੇਵ ਜੀ ਦੇ ਸਿੱਖ ਸਨ। ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵਾਸਤੇ ਨਗਰਾਂ ਵਿੱਚੋਂ ਸਮਾਨ ਇਕੱਠਾ ਕਰ ਰਹੇ ਸਨ। ਉਹਨਾਂ ਨੇ ਭਾਈ ਸਮੁੰਦਰ ਦੀ ਬੇਨਤੀ ਸੁਣੀ। ਉਸ ਨੂੰ ਧੀਰਜ ਦਿੱਤੀ ਤੇ ਆਖਿਆ, ਪੁਰਸ਼ਾ ਸਵੇਰੇ ਸਾਡੇ ਨਾਲ ਚੱਲੀ। ਉੱਥੇ ਜਗਤ ਰੱਖਿਅਕ ਗੁਰੂ ਜੀ ਹਨ। ਉਹਨਾਂ ਦੇ ਦਰਸ਼ਨ ਕਰੀ ਤਾਂ ਉਧਾਰ ਹੋਵੇਗਾ। ਅਗਲੇ ਦਿਨ ਸਮੁੰਦਰ ਸਿੱਖਾਂ ਦੇ ਨਾਲ ਚੱਕ ਰਾਮਦਾਸ ਜਾ ਪੁੱਜਾ। ਅੱਗੇ ਦੀਵਾਨ ਲੱਗਾ ਹੋਇਆ ਸੀ। ਗੁਰੂ ਗੱਦੀ ਉੱਤੇ ਬਿਰਾਜੇ ਹੋਏ ਸਤਿਗੁਰ ਸਿੱਖਾਂ ਨੂੰ ਉਪਦੇਸ਼ ਕਰ ਰਹੇ ਸਨ। ਸਮੁੰਦਰ ਵੀ ਜਾ ਚਰਨਾਂ ਉੱਤੇ ਡਿੱਗਾ। ਰੋ ਕੇ ਬੇਨਤੀ ਕੀਤੀ, ਦਾਤਾ ਬਖਸ਼, ਮੈਨੂੰ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸ। ਨਰਕਾਂ ਦੀ ਅੱਗ ਕੋਲੋਂ ਪੈ ਲੱਗਦਾ ਹੈ। ਬਹੁਤ ਸਾਰੀ ਆਯੂ ਬੇਅਰਥ ਗਵਾ ਲਈ ਹੈ। ਚੰਗੇ ਜਿਉਣ ਦਾ ਢੰਗ ਦੱਸ। ਹੇ ਦਾਤਾ ਦਿਆਲੂ ਤੇ ਕਿਰਪਾਲੂ, ਸਤਿਗੁਰ ਮੇਰੇ ਤੇ ਮਿਹਰ ਕਰੋ। ਅੰਤਰਯਾਮੀ ਸਤਿਗੁਰ ਜੀ ਨੇ ਦੇਖਿਆ ਸਮੁੰਦਰ ਦੀ ਆਤਮਾ ਪਛਤਾ ਰਹੀ ਹੈ। ਇਹ ਨੇਕੀ ਤੇ ਧਰਮ ਦੇ ਰਾਹ ਚੱਲਣ ਵਾਸਤੇ ਤਿਆਰ ਹੈ। ਇਸ ਨੂੰ ਗੁਰਮਤਿ ਬਖਸ਼ਣੀ ਯੋਗ ਹੈ। ਸਤਿਗੁਰ ਨੇ ਫਰਮਾਇਆ, ਹੇ ਸਿੱਖਾ, ਤੈਨੂੰ ਵਾਹਿਗੁਰੂ ਨੇ ਇਸ ਸੰਸਾਰ ਤੇ ਨਾਮ ਸਿਮਰਨ ਤੇ ਲੋਕ ਸੇਵਾ ਵਾਸਤੇ ਭੇਜਿਆ ਹੈ। ਇਸ ਵਾਸਤੇ ਉੱਠ ਕੇ ਵਾਹਿਗੁਰੂ ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ, ਗੁਰਬਾਣੀ ਨਾ ਸੁਣਨਾ, ਨਿੰਦਿਆ ਚੁਗਲੀ ਬਖੀਲੀ ਤੋਂ ਦੂਰ ਰਹਿਣਾ। ਇਹ ਜਗਤ ਤੇਰੇ ਵਾਸਤੇ ਜੀਵਨ ਨਹੀਂ, ਸਗੋਂ ਰਾਹ ਦਾ ਆਸਰਾ ਹੈ, ਜੀਵਨ ਦਾ ਮਨਰਥ ਹੈ। ਪ੍ਰਭੂ ਕੋਲੋਂ ਵਿਛੜੇ ਹਾਂ, ਉਸ ਕੋਲ ਪੁੱਜਣਾ ਤੇ ਉਹਦੇ ਨਾਲ ਇਸ ਤਰ੍ਹਾਂ ਘੁਲ ਮਿਲ ਜਾਣਾ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ, ਜਿਵੇਂ ਦੋਹਾਂ ਦੀਵਿਆਂ ਦਾ ਚਾਨਣ ਇੱਕ ਪ੍ਰਤੀਤ ਹੁੰਦਾ ਹੈ। ਸੱਚ ਬੋਲੀ ਗੁਰਦੁਆਰੇ ਜਾਈ ਤੇ ਭੁੱਖੇ ਸਿੱਖਾਂ ਨੂੰ ਪ੍ਰਸ਼ਾਦ ਛਕਾਈ। ਇਹ ਹੈ ਜੀਵਨ ਜੁਗਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।